ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very good morning, ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ। ਆਲਰਾਈਟ ਜੌਲ ਸਾਹਿਬ, ਆਓ ਫਿਰ ਗੱਲਾਂ ਬਾਤਾਂ ਕਰੀਏ ਕੁਝ ਲੋਕਲ ਜੋ ਕਿ ਐਜ਼ ਵੀ ਆਲ ਨੋ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਵਿੱਚ ਬਹੁਤ ਸਾਰੇ ਬ੍ਰੇਕ-ਇਨਸ ਹੋ ਰਹੇ ਨੇ। ਓਵਰ ਕਹਿ ਲਈਏ ਕਿ 100 ਬ੍ਰੇਕ-ਇਨਸ ਇਸ ਮਹੀਨੇ ਦੇ ਵਿੱਚ ਰਿਪੋਰਟ ਕੀਤੇ ਗਏ ਨੇ, ਐਂਡ ਚਾਹੇ ਉਹ ਗੱਡੀਆਂ ਦੇ ਬ੍ਰੇਕ-ਇਨਸ ਹੋਣ, ਚਾਹੇ ਉਹ ਘਰਾਂ ਦੇ ਵਿੱਚ ਬ੍ਰੇਕ-ਇਨ ਹੋਣ, ਚਾਹੇ ਉਹ ਕਮਰਸ਼ੀਅਲ ਅਦਾਰੇ ਦੇ ਵਿੱਚ ਬ੍ਰੇਕ-ਇਨਸ ਹੋਣ, ਪਰੰਤੂ ਬਰੈਂਪਟਨ ਅਤੇ ਮਿਸੀਸਾਗਾ ਦੇ ਵਿੱਚ 100 ਇੰਸੀਡੈਂਟਸ ਹੋ ਚੁੱਕੇ ਨੇ। ਬਿਲਕੁਲ ਅਰਸ਼ ਵੀ ਦੇਖੋ, ਇਹ ਬ੍ਰੇਕ-ਇਨ ਕਹ ਲਓ ਕਿ ਬ੍ਰੇਕ ਐਂਡ ਐਂਟਰ ਜਿਹੜੀ ਇਹ ਟਰਮ ਯੂਜ਼ ਕੀਤੀ ਜਾਂਦੀ ਆ, ਇਹ ਜਬਰੀ ਘਰਾਂ 'ਚ ਕਾਰੋਬਾਰੀ ਜਾਣੀ ਕਿ ਸਟੋਰਾਂ ਦੇ ਵਿੱਚ ਵੜ ਕੇ ਲੁੱਟਮਾਰ ਕਰਨਾ, ਇਹ ਜਾਣੀ ਅਪੀਲ ਪੁਲਿਸ ਦਾ ਕੰਮ। ਤੇ ਹੁਣ ਇਹੋ ਜਿਹੀਆਂ ਘਟਨਾਵਾਂ ਤੇ ਕਹ ਲਓ ਵੀ ਰਿਪੋਰਟਾਂ ਲਿਖਣ ਦਾ ਹੀ ਨਹੀਂ ਮੁੱਕਦਾ ਹੋਣਾ ਵੀ ਆਪਾਂ ਇਹ ਕਾਰਾਂ ਗੱਡੀਆਂ ਦੀਆਂ ਚੋਰੀਆਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ। ਕਈ ਵਾਰੀ ਦੁਪਹਿਰ ਤੱਕ ਹੀ ਜਾਣੀ ਕਿ 5-6 ਗੱਡੀਆਂ ਬਰੈਂਪਟਨ ਦੇ ਵਿੱਚ ਹੀ ਚੋਰੀ ਹੋ ਜਾਣਗੀਆਂ, ਰਿਪੋਰਟਾਂ ਉਹ ਲਿਖ ਬੈਠੇ ਹੁੰਦੇ ਆ। ਪਰ ਹੁਣ ਇਹ ਜਾਣੀ ਕਿ ਵੀ ਘਰਾਂ 'ਚ ਵੜ ਕੇ ਜਾਂ ਕਾਰੋਬਾਰੀ ਥਾਵਾਂ ਤੇ ਵੜ ਕੇ ਜਾਂ ਫਿਰ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਣਾ। ਜਿਊਲਰੀ ਸਟੋਰ ਵੀ ਇਹਨਾਂ ਦੇ ਟਾਰਗੇਟ ਹੁੰਦੇ ਆ ਵੀ ਇਹ 10 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਹੀ ਬਰੈਂਪਟਨ ਤੇ ਮਿਸੀਸਾਗਾ ਦੋਨੇ ਸ਼ਹਿਰਾਂ ਦੇ ਵਿੱਚ ਜਾਣੀ ਕਿ 100 ਤੋਂ ਜ਼ਿਆਦਾ ਵੀ ਉਹਨਾਂ ਨੇ ਟੋਟਲ ਨੰਬਰ ਜਿਹੜਾ ਦਿੱਤਾ 104 ਦਾ ਆ ਵੀ ਥਾਵਾਂ ਤੇ ਇਹ ਲੁੱਟਮਾਰ ਹੋ ਚੁੱਕੀ ਸੀ 30 ਦਿਨਾਂ ਦੇ ਵਿੱਚ। ਇਹ ਹੁਣ 46 ਜਿਹੜੀਆਂ ਲੋਕੇਸ਼ਨ ਆ ਇਹ ਮਿਸੀਸਾਗਾ ਦੇ ਵਿੱਚ ਤੇ 58 ਬਰੈਂਪਟਨ ਦੇ ਵਿੱਚ। ਤੇ ਖਾਸ ਤੌਰ ਤੇ ਜਾਣੀ ਇਹਦੇ ਵਿੱਚ ਜਿਹੜਾ ਕੰਸਰਨਡ ਇਸ਼ੂ ਆ ਉਹ ਵੀ ਇਹ ਆ ਕਿ ਵੀ ਜਿੰਨੀਆਂ ਵੀ ਇਹ ਘਟਨਾਵਾਂ ਵਾਪਰੀਆਂ ਉਹਦੇ ਵਿੱਚੋਂ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜਾਣੀ ਲੋਕਾਂ ਦੇ ਘਰ ਸੀਗੇ, ਰਿਹਾਇਸ਼ੀ ਇਲਾਕਿਆਂ ਦੇ ਵਿੱਚ ਸੀ, ਹਨਾ ਜੀ। ਸੋ 31 ਤਾਂ ਰੈਸਟੋਰੈਂਟ ਜਿਹੜੇ ਉਹ ਵੀ ਟਾਰਗੇਟ ਕੀਤੇ ਗਏ। ਹਾਂਜੀ, ਤੇ ਇਹਦੇ ਨਾਲ ਹੀ ਵੀ ਜਾਣੀ 18 ਜਿਹੜੇ ਆ ਉਹ ਸਟੋਰ ਲੁੱਟੇ ਗਏ ਤੇ 5 ਜਿਹੜੇ ਕਿ ਜਿੱਥੇ ਆਪਾਂ ਕਈ ਵਾਰੀ ਕੰਸਟਰਕਸ਼ਨ ਹੁੰਦੀ ਆ ਦੇਖਦੇ ਹਾਂ ਵੀ ਉੱਥੇ ਉਹ ਕੰਸਟਰਕਸ਼ਨ ਛੱਡ ਕੇ ਉੱਦਾਂ ਹੀ ਅਗਲੇ ਦਿਨ ਫੇਰ ਆ ਕੇ ਸ਼ੁਰੂ ਕਰਦੇ ਨੇ ਵੀ ਉੱਥੇ ਵੀ ਅੱਜ ਕੱਲ੍ਹ ਚੋਰੀਆਂ ਜਾਂ ਕਹਿ ਲਓ ਵੀ ਚੋਰੀ ਛੁਪੇ ਕੂੜਾ ਸੁੱਟਣ ਦਾ ਬੜਾ ਕੰਮ, ਹਾਂਜੀ, ਤਮਾਸ਼ਾ ਆਪੋ ਆਪਣੀ ਬੁੱਧੀ ਦੇ ਮੁਤਾਬਕ ਲੋਕ ਕਰਦੇ ਨੇ ਕਈ ਵਾਰੀ। ਸੋ ਉੱਥੇ ਵੀ ਜਿਹੜਾ ਜੀ ਪੀ ਇਸ ਤਰੀਕੇ ਦੇ ਨਾਲ ਇਹ ਬ੍ਰੇਕ ਐਂਡ ਐਂਟਰ ਹੋਈ ਆ ਤੇ ਉਹ ਜਿਹੜੇ ਆ ਜੀ ਪੀ ਐਟਲੀਸਟ ਜਿਹੜੇ ਉਹ ਗਹਿਣਿਆਂ ਦੇ ਸਟੋਰ ਜਾਂ ਫਿਰ ਕਹਿ ਲਓ ਵੀ ਜਿਹੜੇ ਜੁਐਲਰੀ ਸਟੋਰ ਆ ਉਹ ਵੀ ਟਾਰਗੇਟ ਹੋਏ। ਪਰ ਕਮਾਲ ਦੀ ਗੱਲ ਇਹ ਆ ਵੀ ਜਾਣੀ 13 ਧਾਰਮਿਕ ਸਥਾਨ, ਹਾਂਜੀ, ਪਰ ਹੁਣ ਇਹਨਾਂ ਵਿੱਚ ਚਰਚ ਕੋਈ ਨਹੀਂ ਸੀ, ਜਾਣੀ ਗੁਰਦੁਆਰਾ ਸੀ, ਮੰਦਿਰ ਸੀ ਪ੍ਰਮੁੱਖ ਤੌਰ ਤੇ, ਹਨਾ। 13 ਜਿਹੜੇ ਆ ਇਹ ਰਿਲੀਜੀਅਸ ਪਲੇਸਿਸ ਤੇ ਵੀ ਬ੍ਰੇਕ ਐਂਡ ਐਂਟਰ ਜਿਹੜੀ ਆ ਉਹ ਹੋ ਕੇ ਤੇ ਲੁੱਟਮਾਰ ਕੀਤੀ ਗਈ ਆ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਬਰੈਂਪਟਨ ਮਿਸੀਸਾਗਾ ਦੇ ਵਿੱਚ ਇਹ ਸਕਾਈ ਰਾਕਟਿੰਗ ਨੰਬਰਸ ਆ, ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਆ ਉਹ ਵਾਪਰਨੇ ਲਗਾਤਾਰ ਇਹਦੇ ਜਿਹੜੇ ਨੰਬਰਸ ਆ ਉਹ ਵੱਧਦੇ ਹੀ ਗਏ ਆ ਪਿਛਲੇ ਸਮੇਂ ਦੇ ਦੌਰਾਨ। ਜੌਲ ਸਾਹਿਬ, ਕੈਨੇਡਾ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ਼ੂ ਕੀਤੇ ਨੇ ਰੈਕੋਰਡ ਨੰਬਰ ਆਫ ਵਰਕ ਪਰਮਿਟਸ, ਐਜ਼ ਵੀ ਨੋ ਵਾਈ। ਯੈਸ, ਅਸੀਂ ਇਹਦੇ ਵਿੱਚ ਨਾ ਵੀ ਜਿਹੜੇ ਇਹ ਓਪਨ ਵਰਕ ਪਰਮਿਟ ਆ ਸਪੈਸ਼ਲੀ ਜਾਣੀ ਜਿਹੜੇ ਇੱਥੇ ਸਟੂਡੈਂਟਸ ਆ ਜਾਂਦੇ ਆ, ਸਟੂਡੈਂਟਸ ਆਉਂਦੇ ਆ ਫਿਰ ਉਹ ਆਪਣੀ ਸਟੱਡੀ ਪੂਰੀ ਕਰਦੇ ਆ ਤੇ ਉਹਨਾਂ ਦਾ ਜਾਣੀ ਕਿ ਵੀ ਇਹ ਬਹੁਤ ਵੱਡਾ ਕੰਟਰੀਬਿਊਸ਼ਨ ਆ ਕੇ ਇੱਥੇ ਪਹਿਲਾਂ ਤੇ ਚਲੋ ਉਹ ਵੀ ਖਾਲੀ ਹੱਥ ਨਹੀਂ ਆਉਣਾ ਤੇ ਉੱਥੋਂ ਫੀਸਾਂ ਭਰ ਕੇ ਆਪਣਾ ਜਿਹੜਾ ਜੀ ਭਾਵੇਂ ਜਿਸ ਵੀ ਤਰੀਕੇ ਦੇ ਨਾਲ ਉਹ ਅਰੇਂਜ ਕਰਦੇ ਨੇ, ਪਰ ਕੁੱਲ ਮਿਲਾ ਕੇ ਜਾਣੀ ਕੈਨੇਡਾ ਦੇ ਲਈ ਉਹਨਾਂ ਦਾ ਡਾਇਰੈਕਟ ਕੰਟਰੀਬਿਊਸ਼ਨ ਹੁੰਦਾ ਜੀ ਵੀ ਪੜ੍ਹਾਈ ਦੇ ਦੌਰਾਨ ਕਹਿ ਲਓ ਕਿ ਪੈਰ ਰੱਖਦੇ ਸਾਰੇ ਹੀ, ਹਨਾ। ਤੇ ਉਹਨਾਂ ਨੇ ਕਿਰਾਏ ਵੀ ਦੇਣੇ ਆ, ਬਾਕੀ ਸਭ ਕੁਛ ਵੀ ਆ। ਫਿਰ ਕਾਲਜਾਂ ਦੀਆਂ ਫੀਸਾਂ ਆ ਜਾਣੀ ਕਿ ਇੱਥੇ ਕੈਨੇਡੀਅਨ ਸਟੂਡੈਂਟਸ ਦੇ ਮੁਕਾਬਲੇ ਉਹਨਾਂ ਦੀਆਂ ਜਾਣੀ ਕਿ ਕਿਤੇ ਦੁੱਗਣੀਆਂ ਤਿੱਗਣੀਆਂ ਤੇ ਵੀ ਉਹ ਭਰੀਆਂ ਜਾਂਦੀਆਂ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਸ ਹੁੰਦੀ ਆ ਵੀ ਓਪਨ ਵਰਕ ਪਰਮਿਟ ਮਿਲੂਗਾ। ਓਪਨ ਵਰਕ ਪਰਮਿਟ ਲੈ ਕੇ ਵੀ ਫਿਰ ਇਹ ਨਹੀਂ ਗਾ ਵੀ ਜਾਣੀ ਉਹ ਕੈਨੇਡਾ ਲਈ ਕੰਟਰੀਬਿਊਟ ਨਹੀਂ ਕਰਦੇ, ਮਤਲਬ ਬਾਕੀ ਟੈਕਸ ਪੇਅਰਸ ਦੇ ਵਾਂਗ ਹੀ ਅਰਸ਼ ਵੀ ਜਦੋਂ ਉਹ ਇਨਕਮ ਜਨਰੇਟ ਕਰਦੇ ਨੇ ਨੌਜਵਾਨ ਤੇ ਜਾਣੀ ਉਹ ਫਿਰ ਟੈਕਸ ਵੀ ਉਹਦੇ ਤੇ ਪੇ ਕਰਦੇ ਆ, ਹਨਾ ਜੀ। ਹੁਣ ਜਿੰਨੇ ਜ਼ਿਆਦਾ ਜਾਣੀ ਲੋਕਾਂ ਦੇ ਕੋਲ ਇਹ ਵਰਕ ਪਰਮਿਟ ਜਾਂ ਕਹਿ ਲਓ ਵੀ ਕੰਮ ਕਰਨ ਦੀ ਖੁੱਲ੍ਹ ਹੋਊਗੀ, ਓਨੇ ਹੀ ਵੱਧ ਫਿਰ ਲੋਕ ਟੈਕਸ ਵੀ ਪੇ ਕਰੂਗੇ ਤੇ ਕੈਨੇਡਾ ਨੂੰ ਉਹਦਾ ਬੈਨੀਫਿਟ ਹੋਊਗਾ। ਸੋ ਇਸ ਕਰਕੇ ਇਹ ਹੈ ਜੀ ਵੀ 2008 ਦੇ ਵਿੱਚ ਜਿੱਥੇ ਸਿਰਫ ਜਾਣੀ ਕਿ 10,000 ਦੇ ਕਰੀਬ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਹ ਸਟੂਡੈਂਟਸ ਨੂੰ ਦਿੱਤੇ ਗਏ ਸੀਗੇ, ਪਰ ਇਹ 10 ਸਾਲਾਂ ਬਾਅਦ ਵੱਧ ਕੇ 1,35,000 ਤੋਂ ਵੱਧ ਹੋ ਗਏ। ਸੋ ਇਸ ਤਰੀਕੇ ਦੇ ਨਾਲ
ਨੈਚੁਰਲੀ ਆ ਫਿਰ ਜੇ ਵੀ ਇਹ 10 ਗੁਣਾ ਤੋਂ ਵੀ ਜ਼ਿਆਦਾ ਜਾਣੀ ਕਿ ਵਰਕ ਪਰਮਿਟ, ਓਪਨ ਵਰਕ ਪਰਮਿਟ ਜਿਹੜੇ ਇਹ ਸਟੱਡੀ ਤੋਂ ਬਾਅਦ ਮਿਲਦੇ ਆ ਵੀ ਉਹ ਇਸ਼ੂ ਕੀਤੇ ਗਏ ਤੇ ਨੈਚੁਰਲੀ ਆ ਫਿਰ ਵੀ ਜੇ ਟੈਕਸ ਡਾਲਰ ਵੀ ਕੈਨੇਡੀਅਨ ਗਵਰਨਮੈਂਟ ਨੂੰ ਵੱਧ ਮਿਲੇ। ਸੋ ਹਰੇਕ ਸਾਲ ਜਾਣੀ ਕਿ ਵੀ ਇਹ ਇੱਦਾਂ ਜੇ ਵਰਕ ਪਰਮਿਟਸ ਦੇ ਨੰਬਰ ਵੱਧਦੇ ਆ ਤੇ ਕੈਨੇਡਾ ਦੇ ਵਿੱਚ ਫਿਰ ਟੈਕਸ ਪੇਅਰਸ ਵੀ ਵੱਧਦੇ ਆ ਨਾ। ਸੋ ਕੁੱਲ ਮਿਲਾ ਕੇ ਜਾਣੀ ਐਵਰੇਜ ਜਿਹੜੀ ਇਨਕਮ ਆ GPCRA ਦੇ ਕੋਲ ਇਹਨਾਂ ਦੀ ਸਟੂਡੈਂਟਸ ਦੀ ਇੱਕ ਐਵਰੇਜ ਇੰਡੀਵਿਜੂਅਲ ਦੀ ਜਿਹੜੀ ਰਿਪੋਰਟ ਹੁੰਦੀ ਐਨੂਅਲ, ਉਹ ਕੋਈ $26,800 ਦੇ ਕਰੀਬ ਸਾਲ ਦੀ ਜਿਹੜੀ ਇਨਕਮ ਹੈ ਜੀ ਉਹ ਰਿਪੋਰਟ ਹੁੰਦੀ ਆ ਐਵਰੇਜ ਜੀ। ਪਰ ਹੁਣ ਇਹਨਾਂ ਦੇ ਵਿੱਚ ਜਿਹੜੇ ਇਹ ਫਿਰ ਦੇਖੋ ਲੰਬੀ ਮਿਹਨਤ ਕਰਦੇ, ਪਹਿਲਾਂ 2 ਸਾਲ ਸਟੱਡੀ ਫਿਰ 3 ਸਾਲ ਕੰਮ, ਜੇ ਐਲੀਜੀਬਲ ਹੋ ਗਏ ਮਤਲਬ ਉਹਨਾਂ ਦੀ ਮਿਹਨਤ ਹੁੰਦੀ ਤੇ ਐਲੀਜੀਬਲ ਹੋ ਜਾਈਏ, ਜੇ ਮਜਬੂਰੀਆਂ ਦੀਆਂ ਉਂਗਲੀਆਂ ਜਾਣੀ ਕੱਚਾਂ ਚੋਂ ਕੱਢ ਕੇ ਬਾਹਲਾ ਉਹ ਖਰੀਦੋ ਫਰੋਖਤ ਨਾ ਕੀਤੀ ਹੋਵੇ LMIA ਵਗੈਰਾ ਦੀ, ਪਰ ਕਿਉਂਕਿ ਕੁਆਲੀਫਾਈ ਹੋਇਆ ਜਾ ਸਕਦਾ। LMIA ਇੱਕੋ ਵੇ ਥੋੜਾ ਸੀਗਾ ਜਿਹੜਾ ਭੇਡ ਚਾਲ ਦੇ ਵਿੱਚ ਜਾ ਕੇ ਇੱਥੇ ਸਿਉਂਕ ਤੇ ਕੋਣ ਜਾਣੀ ਕਿ ਵਧਾ ਦਿੱਤਾ ਗਿਆ ਵੀ LMIA ਉਹਦੇ ਤੋਂ ਬਿਨਾਂ ਬੜੇ ਰਾਹ ਹੈਗੇ ਕੈਨੇਡਾ 'ਚ ਪੱਕੇ ਹੋਣ ਦੇ ਜੀ। ਇਸ ਕਰਕੇ ਉਹ ਸਟੱਡੀ ਪੂਰੀ ਕੀਤੀ, ਓਪਨ ਵਰਕ ਪਰਮਿਟ ਲਿਆ, ਉਸ ਤੋਂ ਬਾਅਦ ਆਪਣੇ ਆਪ ਨੂੰ ਐਲੀਜੀਬਲ ਸਮਝਿਆ PR ਦੇ ਲਈ। ਕਹਿ ਵੀ ਕੁੱਲ ਮਿਲਾ ਕੇ ਇੰਨਾ ਕਿਹਾ ਜਾ ਸਕਦਾ ਵੀ ਪਿਛਲੇ 5 ਸਾਲਾਂ ਦੇ ਦੌਰਾਨ ਜਾਣੀ 75% ਦੇ ਕਰੀਬ ਜਿਹੜੇ ਇੱਥੇ ਸਟੂਡੈਂਟਸ ਆਏ ਸੀਗੇ ਇੰਟਰਨੈਸ਼ਨਲ, ਉਹ ਪੱਕੇ ਹੋ ਗਏ, PR ਉਹਨਾਂ ਨੂੰ ਮਿਲ ਗਈ ਹੈ ਨਾ ਜੀ। ਬਾਕੀ ਦੇ ਹੌਲੀ ਹੌਲੀ ਕਿਸੇ ਤਰ੍ਹਾਂ ਕੋਈ ਮਿਸ ਕਰ ਜਾਂਦੇ ਆ, ਕੋਈ ਹੋਰ ਸਿਚੁਏਸ਼ਨਸ ਬਣ ਜਾਂਦੀਆਂ, ਚਲੋ ਉਹਨਾਂ ਦੀ ਸਟਰਗਲ ਜਿਹੜੀ ਆ ਉਹ ਜਾਰੀ ਰਹਿੰਦੀ ਆ। ਜਾਣੀ ਇਹ ਹੁਣ ਗਵਰਨਮੈਂਟ ਆਫ ਕੈਨੇਡਾ ਦਾ, ਸਟੈਟਸ ਕੈਨੇਡਾ ਦਾ ਜਿਹੜਾ ਨੰਬਰ ਆ ਉਹ ਦੱਸ ਰਿਹਾ ਵੀ ਜਿਹੜੇ 3/3 ਸਟੂਡੈਂਟਸ ਹੈਗੇ ਆ ਉਹ ਬੜੇ ਆਰਾਮ ਦੇ ਨਾਲ ਜਾਣੀ ਕਿ ਆਪਣੀ ਸਟੱਡੀ ਪੂਰੀ ਕਰਕੇ ਆਪਣਾ ਜਿਹੜਾ ਉਹ ਓਪਨ ਵਰਕ ਪਰਮਿਟ ਲੈ ਕੇ ਉਸ ਤੋਂ ਬਾਅਦ PR ਹੋ ਜਾਂਦੇ ਆ। ਸੋ ਇਹ ਹੁਣ ਇਹਨਾਂ ਦੇ ਵਿੱਚ ਜਿਹੜੇ ਜੀ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਇਹ ਸਟੂਡੈਂਟਸ ਇੰਟਰਨੈਸ਼ਨਲ ਆਉਂਦੇ ਆ ਤੇ ਸਾਰੀ ਦੁਨੀਆ ਤੋਂ ਚਲੋ ਸਕਦੇ ਨੇ, ਪਰ ਇੰਡੀਆ ਤੇ ਚਾਈਨਾ ਮੋਹਰੀ ਆ ਇਹਨਾਂ ਦੇ ਵਿੱਚ ਜੀ। ਜਿੰਨੇ ਵੀ ਸਟੂਡੈਂਟਸ ਇੱਥੇ ਪੜ੍ਹ ਕੇ ਆਪਣੀ ਸਟੱਡੀ ਜਿਹੜੀ ਆ ਜੀ ਕੰਪਲੀਟ ਕਰਨ ਤੋਂ ਬਾਅਦ ਓਪਨ ਵਰਕ ਪਰਮਿਟ ਲਈ ਐਲੀਜੀਬਲ ਹੋ ਜਾਂਦੇ ਆ, ਉਹਨਾਂ ਦੇ ਵਿੱਚ ਜਿਹੜੇ ਟੌਪ ਦੇ 2 ਕੰਟਰੀ ਆ ਉਹ ਇੰਡੀਆ ਤੇ ਚਾਈਨਾ ਦੱਸੇ ਗਏ। ਜੌਲ ਸਾਹਿਬ, BLS ਦੀ ਗੱਲਬਾਤ ਕਰ ਲਈਏ। ਅੱਜ ਬਰੈਂਪਟਨ ਦੇ ਵਿੱਚ ਜਿਹੜਾ ਨਵਾਂ BLS ਦਾ ਆਫਿਸ ਹੈ ਉਹ ਅੱਜ ਤੋਂ ਆਪਰੇਸ਼ਨਸ ਸ਼ੁਰੂ ਹੋ ਰਹੇ ਨੇ। ਬਿਲਕੁਲ ਅਰਸ਼, ਦੇਖੋ ਇਹ ਪਿਛਲੇ ਹਫ਼ਤੇ ਇਸ ਦਾ ਉਦਘਾਟਨ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਪਤਾ ਲੱਗਾ ਸੀਗਾ ਵੀ ਕੱਲ ਵੀ ਕਾਫੀ ਗਿਣਤੀ 'ਚ ਉੱਥੇ ਲੋਕ ਜਾ ਕੇ ਪਰੇਸ਼ਾਨ ਹੋਏ, ਉਹਨਾਂ ਦੀਆਂ ਲਾਈਨਾਂ ਲੱਗੀਆਂ ਤੇ ਪਈ ਜਿਹੜਾ ਇਹ ਆਫਿਸ ਆ ਵੀ ਅਜੇ ਸਰਵ ਕਰਨਾ ਨਹੀਂ ਸੀ ਉਹਨੇ ਸ਼ੁਰੂ ਕੀਤਾ। ਤੇ ਹੁਣ ਥੋੜਾ ਜਿਹਾ ਇਹ ਵੀ ਜਿਹੜਾ ਜਾਣੀ ਪੁਰਾਣੀ ਬਿਲਡਿੰਗ ਹੈ, ਨਵੀਂ ਬਿਲਡਿੰਗ ਹੈ, ਉਸ ਲਿਹਾਜ਼ ਨਾਲ ਵੀ ਜਿਹੜਾ ਸਰਵਿਸ ਕਿਹੜੀ ਕਿੱਥੋਂ ਦਿੱਤੀ ਜਾਣੀ ਉਹਦੇ ਵਿੱਚ ਵੀ ਥੋੜਾ ਜਿਹਾ ਉਹਨਾਂ ਨੇ ਸ਼ਾਇਦ ਸੈਪਰੇਸ਼ਨ ਕੀਤੀ ਆ। ਪਰ ਲੱਗ ਰਿਹਾ ਵੀ ਜਿਹੜੀ ਸਾਰੀ ਜਾਣੀ ਵੀਜ਼ਾ ਦੀ ਸਰਵਿਸ ਆ ਉਹ ਜਿਹੜੀ ਆ ਜੀ ਵੀ ਉਹ ਜਿਹੜੀ ਪੁਰਾਣੀ ਪਹਿਲੀ ਜਾਣੀ ਕਿ ਲੋਕੇਸ਼ਨ ਆ ਉੱਥੋਂ ਹੀ ਮਿਲਦੀ ਰਹਿਣੀ ਆ, ਦੂਜੀ ਲੋਕੇਸ਼ਨ ਵੀ ਨਾਲ ਹੀ ਆ, ਮਤਲਬ ਇਕੱਠੇ ਨੇ, ਆਲਮੋਸਟ ਸੇਮ ਪਲਾਜ਼ਾ ਦੇ ਵਿੱਚ ਹੀ ਨੇ। ਸੋ ਇਹ ਆ ਜੀ ਵੀ ਹੁਣ ਅੱਜ ਤੋਂ ਉਹ ਦਫ਼ਤਰ ਆ ਜਿਹੜਾ ਉਹ ਖੁੱਲ ਗਿਆ ਪਬਲਿਕ ਦੇ ਵਾਸਤੇ ਤੇ ਵਾਕ ਇਨ ਵੀ ਜਾਣੀ ਕਿ ਉੱਥੇ ਜਾਇਆ ਜਾ ਸਕਦਾ ਬਿਨਾਂ ਅਪੁਆਇੰਟਮੈਂਟ ਤੋਂ। ਤੇ ਵੀ ਹੁਣ ਤੱਕ ਇਹ ਭਾਰਤ ਦਾ ਜਿਹੜਾ ਵੀ ਵੀਜ਼ਾ ਅਪਲਾਈ ਕਰਨਾ, ਪਾਸਪੋਰਟ ਅਪਲਾਈ ਕਰਨਾ, OCI ਅਪਲਾਈ ਕਰਨਾ, ਕੋਈ ਹੋਰ ਕੌਂਸਲਰ ਸਰਵਿਸ ਜਿਹੜੀ BLS ਆਫਿਸ ਤੋਂ ਮਿਲਣੀ ਆ ਜੀ, ਉਹ ਜੀ ਤੇ ਲੋਕ ਡਾਕ ਰਾਹੀਂ ਵੀ ਆਪਣੀ ਐਪਲੀਕੇਸ਼ਨ ਭੇਜ ਸਕਦੇ ਨੇ ਜਾਂ ਫਿਰ ਬਾਈ ਅਪੁਆਇੰਟਮੈਂਟ, ਤੇ ਜਾਂ ਫਿਰ ਇਹ ਨਵੀਂ ਫੈਸਿਲਿਟੀ ਦੇ ਮੁਤਾਬਕ ਹੁਣ ਜਾਣੀ ਬਿਨਾਂ ਅਪੁਆਇੰਟਮੈਂਟ ਤੋਂ ਵੀ ਜਾਣਾ ਸੰਭਵ ਹੋ ਗਿਆ। ਕੱਲ ਉੱਥੇ ਜੀ ਤੇ ਜਿਹੜੇ ਉਹ ਸਰਵਿਸ ਨਾ ਹੋਣ ਕਰਕੇ ਲੋਕਾਂ ਨੂੰ ਘਰਾਂ ਨੂੰ ਮੁੜਨਾ ਵੀ ਪਿਆ ਜੀ, ਪਰ ਅਪੁਆਇੰਟਮੈਂਟ ਵਾਲੇ ਜਾਣੀ ਕਿ ਲੋਕ ਸਭ ਤੋਂ ਜ਼ਿਆਦਾ ਸੌਖੇ ਆ ਜੇ ਉਹ ਅਪੁਆਇੰਟਮੈਂਟ ਬਣਾ ਲੈਣ ਤਾਂ। ਪਰ ਜੇ ਹੁਣ ਅਪੁਆਇੰਟਮੈਂਟ ਨਹੀਂ ਬਣਾਈ ਜਾ ਸਕਦੀ ਤੇ ਇਸ ਕਰਕੇ ਇਹ ਫੈਸਿਲਿਟੀ ਹੈਗੀ ਆ ਵੀ ਵਾਕ ਇਨ ਵੀ ਕੀਤਾ ਜਾ ਸਕੇ, ਜੋ ਕਿ ਅੱਜ ਤੋਂ ਇਹ BLS ਆਫਿਸ ਦੇ ਵਿੱਚ ਸੰਭਵ ਹੋਇਆ ਜੀ, ਦੱਸਿਆ ਗਿਆ। ਜੌਲ ਸਾਹਿਬ, ਜਿਹੜੇ ਆਪਾਂ ਪਰਸੋਂ ਜਾਂ ਕੱਲ ਖਬਰ ਕੀਤੀ, ਆਪਾਂ ਇਹਨੂੰ ਦੱਸਿਆ ਕਿ ਜਿਹੜੇ ਬਹੁਤ ਦੁੱਖ ਵਾਲੀ ਖਬਰ ਹੈ, ਪ੍ਰਮਾਤਮਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਜਿਹੜੇ 5 ਇੰਡੀਅਨ ਸਟੂਡੈਂਟਸ ਮਾਰੇ ਗਏ 401 ਦੇ ਹਾਦਸਾ ਦੇ ਵਿੱਚ ਕਾਫੀ ਇੱਕ ਸਨਸਨੀ ਇਸ ਵੇਲੇ ਗੱਲਾਂ ਚੱਲ ਰਹੀਆਂ ਨੇ ਐਂਡ ਕੁਛ ਫੈਕਟਸ ਸਾਹਮਣੇ ਆਏ ਨੇ ਕਿ ਦ ਵੈਨ ਰੁਕੀ ਹੋਈ ਸੀ ਲਾਈਵ ਲੇਨ ਦੇ ਵਿੱਚ 401 ਦੇ ਉੱਤੇ ਜਦੋਂ ਇੱਕ ਕੋਲੀਜਨ ਹੋਇਆ। ਯੈਸ ਸਰ, ਬਦਕਿਸਮਤੀ ਦੇ ਨਾਲ ਇਹ ਉਹੀ ਵੈਨ ਸੀ ਜਿਹਦੇ ਵਿੱਚ ਫਿਰ ਪਿੱਛੋਂ ਤੇਜ਼ ਰਫ਼ਤਾਰ ਆ ਕੇ ਟਰੱਕ ਵੱਜਾ। ਵੀ ਹੁਣ ਵੈਨ ਜਾਣੀ ਵੀ ਆਪਾਂ ਪੰਜਾਬੀ ਚ ਕਹਿੰਦੇ ਹੁੰਦੇ ਵੀ ਮਰਨ ਨੂੰ ਤੇ ਕਿਸੇ ਦਾ ਦਿਲ ਨਹੀਂ ਕਰਦਾ, ਹੀ ਇਸ ਤਰੀਕੇ ਦੇ ਨਾਲ ਸੀ ਕਿ ਜਾਂ ਫਿਰ ਜਾਣੀ ਬਚਾਅ ਹੋ ਸਕਦਾ ਸੀਗਾ, ਇਹ ਤਾਂ ਆਪੋ ਆਪਣੀ ਸੋਚ ਹੈ। ਪਰ ਦੂਸਰੇ ਪਾਸੇ ਇਹਨਾਂ ਦੇ ਵਿੱਚ ਪਵਨ ਕੁਮਾਰ ਵੀ ਸੀਗਾ ਜਿਹੜਾ ਹਰਿਆਣਾ ਤੋਂ ਸੀਗਾ, ਨੌਜਵਾਨ, ਹਿਸਾਰ ਦੇ ਲਾਗਿਓਂ 2 ਸਾਲ ਪਹਿਲਾਂ ਆਇਆ। ਅਰਸ਼ਪ੍ਰੀਤ
ਮਗਰੋਂ ਹੀ ਜਾਣੀ ਉਹਦੇ ਆਉਣ ਤੋਂ ਬਾਅਦ ਉਹਦੇ ਫਾਦਰ ਦੀ ਪਿਤਾ ਦੀ ਡੈਥ ਵੀ ਹੋ ਗਈ ਕਰੋਨਾ ਕਰਕੇ, ਤੇ ਹੁਣ ਉਹਦੇ 4 ਭੈਣ ਭਰਾ ਉੱਥੇ ਤੇ ਮਦਰ ਹੈ। ਤੇ ਇਹਨੂੰ ਇੱਥੇ ਜਾਣੀ ਉਹ ਆਪਣੇ ਪਿੰਡ ਦੇ ਵਿੱਚੋਂ ਪਹਿਲਾ ਸੀਗਾ ਜਿਹੜਾ ਕੈਨੇਡਾ ਦੇ ਵਿੱਚ ਆਇਆ। ਹੁਣ ਪੰਜਾਬ ਚੋਂ ਕਿਸੇ ਪਿੰਡ ਦੇ ਵਿੱਚੋਂ ਜਾਣੀ ਰਿਮੋਟ ਲੋਕੇਸ਼ਨ ਦੇ ਵਿੱਚੋਂ ਕਿਸੇ ਵਿਅਕਤੀ ਨੇ ਜਾਣੀ ਕੈਨੇਡਾ ਆਉਣਾ ਹੋਵੇ ਤੇ ਉੱਥੇ ਜਸ਼ਨਾਂ ਵਾਲਾ ਮਤਲਬ ਬਹੁਤ ਵੱਡਾ ਇਹ ਗੱਲ ਹੁੰਦੀ ਹੈ ਕੈਨੇਡਾ ਚੱਲਾ। ਉਹ ਆਪਣੇ ਪਿੰਡ ਚੋਂ ਪਹਿਲਾ ਨੌਜਵਾਨ ਸੀ ਜਿਹੜਾ ਕੈਨੇਡਾ ਤੋਂ ਬਾਹਰ ਆਇਆ। ਪਰ ਹੁਣ ਇਹ ਕਿਵੇਂ ਜਾਣੀ, ਪਹਿਲੀ ਗੱਲ ਤੇ ਵੈਨ ਆ ਉਹਦੇ ਵਿੱਚ 8 ਜਾਣੇ ਸੀ, ਹੁਣ ਪਤਾ ਲੱਗਾ 8 ਜਾਣੇ। ਹਾਂਜੀ, ਇੱਕ ਵੈਨ ਦੇ ਵਿੱਚ 8 ਜਾਣੇ ਸੀਗੇ। ਤੇ ਵੈਨ ਜਿਹੜੀ ਆ ਜੀ ਵੀ ਹੁਣ ਪੁਲਿਸ ਕਨਫਰਮ ਕਰ ਰਹੇ ਨੇ ਵੀ ਇਹ ਲਾਈਵ ਲੇਨ ਦੇ ਵਿੱਚ ਰੋਕੀ ਗਈ ਸੀ, ਚੱਲਦੀ ਜਿੱਥੇ ਮਤਲਬ ਗੱਡੀਆਂ ਚੱਲਣੀਆਂ 2 ਹੀ ਲਾਈਨਾਂ ਉਸ ਏਰੀਆ ਦੇ ਵਿੱਚ, ਜਿੱਥੇ ਬੈਲਵਿਲ ਦੇ ਨੇੜੇ ਇਹ ਵੈਸਟ ਸਾਈਡ ਲੇਨ ਦੇ ਵਿੱਚ ਇਹ ਘਟਨਾ ਵਾਪਰੀ ਆ, ਕੋਲੀਜਨ ਹੋਈ ਆ ਵੀ ਖੜੀ ਵੈਨ ਦੇ ਵਿੱਚ ਆ ਕੇ ਟਰੱਕ ਮਗਰੋਂ ਵੱਜਾ ਤੇ ਟਰੱਕ ਤੇ ਆਪਣੀ ਰਫ਼ਤਾਰ ਤੇ ਪਿੱਛੋਂ ਆ ਰਿਹਾ। ਹੁਣ ਰਾਤ ਦੇ 3:30 ਪੌਣੇ 4 ਵਜੇ ਆ ਤੇ ਹਨਾ ਵੀ ਉੱਥੇ ਹੁਣ ਜਿੰਨੀ ਕੁ ਲਾਈਟ ਹੋਊਗੀ, ਕੋਈ ਮਾਮੂਲੀ ਥੋੜਾ ਸਨੋ ਕਰਕੇ ਵੀ ਸਿਚੁਏਸ਼ਨ ਮਤਲਬ ਵੈਦਰ ਦੀ ਡਿਫਰੈਂਟ ਹੋ ਸਕਦੀ ਆ ਜੀ, ਹੋ ਸਕਦਾ ਸਨੋਈ ਕੋਈ ਵੈਦਰ ਉਸ ਏਰੀਆ ਦੇ ਵਿੱਚ ਉਸ ਵੇਲੇ ਧੁੰਦ ਪਈ ਹੋਵੇ, ਸ਼ਾਇਦ ਲਾਈਟ ਦਾ ਇਸ਼ੂ ਹੋਵੇ, ਠੀਕ ਤਰ੍ਹਾਂ ਦਿਸਦਾ ਨਾ ਹੋਵੇਗਾ। ਪਰ ਹੁਣ ਕੁਛ ਵੀ ਜਾਣੀ ਆਪਾਂ ਵਜ੍ਹਾ ਇਹਦੀ ਬਣਾਈਏ ਵੀ ਲਾਈਵ ਲੇਨ ਦੇ ਵਿੱਚ ਦੇਖੋ, ਫਿਰ ਆਪਾਂ ਕਹਿੰਦੇ ਵੀ ਹੁਣ ਆਪਣੇ ਉੱਥੇ ਇਹ ਕਲਚਰ ਹੈਗਾ ਆ ਏਦਾਂ ਮਨ ਮਰਜ਼ੀ ਦਾ ਤੇ ਅਸੀਂ ਜਿੱਥੇ ਮਰਜ਼ੀ ਆਪਣੀ ਗੱਡੀ ਖੜੀ ਕਰਕੇ ਤੇ ਮਤਲਬ ਆਪਣਾ ਬਹਾਨੇਬਾਜ਼ੀ ਜਾਂ ਆਪਾਂ ਜੋ ਮਰਜ਼ੀ ਕਰਨ ਲੱਗ ਜਾਂਦੇ ਹਾਂ ਨਾ ਜੀ। ਰਾਈਟ, ਜਿੱਥੇ ਮਰਜ਼ੀ ਗੱਡੀ ਖੜੀ ਕਰ ਲਈਏ ਤੇ ਗਾਂ ਹੁਣ ਜਾਣੀ ਪਿੱਛੋਂ ਜਿੰਨੇ ਆਉਣਾ ਉਹਨੇ ਆਪਣਾ ਬਚਾਅ ਆਪ ਕਰਨਾ ਤੇ ਉਹ ਖੜੀ ਗੱਡੀ ਦਾ ਬਚਾਅ ਵੀ ਉਹਨੇ ਆਪ ਕਰਨਾ। ਇਹ ਕਲਚਰ ਉੱਥੇ ਹੈਗਾ ਆ ਲੋਕਾਂ ਦਾ। ਏਦਾਂ ਹੀ ਹੋ ਜਾਣੀ ਕਿ ਵੀ ਹੁਣ ਹਾਈਵੇ 401 ਹੋਵੇ, 100 ਸਵਾ 100 ਕਿਲੋਮੀਟਰ ਦੀ ਸਪੀਡ ਤੇ ਮਤਲਬ ਗੱਡੀਆਂ ਚੱਲਣੀਆਂ ਹੋਣ, 2 ਲਾਈਨਾਂ ਹੋਣ ਤੇ 2 ਦੇ ਵਿੱਚੋਂ ਇੱਕ ਦੇ ਵਿੱਚ ਤੁਸੀਂ ਹੁਣ ਜਾ ਕੇ ਆਪਣੀ ਗੱਡੀ ਖੜੀ ਕਰ ਦਿਓ ਤੇ ਕੀ ਬਣੂਗਾ ਜੀ, ਹਨਾ। ਸੋ ਇਸ ਕਰਕੇ ਹੁਣ ਆਈ ਸੀ ਕੀ ਸੀ, ਇੱਕ ਮਤਲਬ ਉਹਦੇ ਵਿੱਚੋਂ ਉਤਰਿਆ ਸੀ, ਰਾਈਟ, ਖੜੀ ਵੈਨ ਕਰਕੇ ਇੱਕ ਉਤਰਿਆ ਵੀ ਹੁਣ ਕੀ ਰੀਜ਼ਨ ਉਤਰਿਆ ਵੀ ਉਹਨੇ ਕੋਈ ਲਾਈਟਾਂ ਸਾਫ਼ ਕਰਨੀਆਂ ਜਾਂ ਕੋਈ ਇਹੋ ਜਿਹੀ ਕੋਈ ਸਿਚੁਏਸ਼ਨ ਸੀ, ਉਹ ਦੇਖ ਰਿਹਾ ਸੀ, ਕੋਈ ਟਾਇਰ ਸੀ, ਚਲੋ ਉਹਦੀਆਂ ਸਟੇਟਮੈਂਟਸ, ਕਿਉਂਕਿ ਉਹ ਇੱਕੋ ਇੱਕ ਹੀ ਹੈ ਜਿਹੜਾ ਵਾਲ ਬਚ ਗਿਆ। ਫਿਰ ਉਹਦੀ ਕੋਈ ਚੋਟ ਨਹੀਂ ਆਈ, ਉਹਦਾ ਵਾਲ ਵੀ ਵਿੰਗਾ ਨਹੀਂ ਹੋਇਆ ਮਤਲਬ ਇਸ ਐਕਸੀਡੈਂਟ ਦੇ ਵਿੱਚ। ਹੁਣ ਰੱਬ ਬਚਾਵੇ ਤੇ ਮਾਰੇ ਕੌਣ, ਹਨਾ, ਰੱਬ ਬਚਾਵੇ। ਤੇ ਉਹ 5 ਜਣੇ ਤਾਂ ਮੌਕੇ ਤੇ ਉੱਥੇ ਖਤਮ ਹੋ ਗਏ ਜੀ, ਟਰੱਕ ਜਦੋਂ ਚੜਿਆ ਆ ਕੇ। ਤੇ 2 ਦੀ ਹਾਲਤ ਜਿਹੜੀ ਖਤਰੇ ਤੋਂ ਬਾਹਰ ਹੈ, ਮਤਲਬ ਉਹਨਾਂ ਦੀਆਂ ਜਾਨਾਂ ਬਚ ਜਾਣਗੀਆਂ ਜਿਹੜੇ ਹੌਸਪੀਟਲ ਦੇ ਵਿੱਚ ਹੈ। ਇਹ ਜਿਹੜਾ 8ਵਾਂ ਜਾਣੀ ਜਦੋਂ ਵੈਨ ਰੋਕੀ ਆ ਤੇ ਫੋਰ ਸਮ ਰੀਜ਼ਨ ਜਾਣੀ ਇਹ ਵੈਨ ਚੋਂ ਥੱਲੇ ਉਤਰਿਆ ਤੇ ਟਰੱਕ ਆ ਕੇ ਵੱਜ ਗਿਆ, ਹੈ ਨਾ। ਹੁਣ ਇਹ ਕੁਦਰਤ ਦੀ ਕਰਨੀ ਹੋਏਗੀ ਤੇ ਉਹਦੀ ਵਜ੍ਹਾ ਦੀ ਗੱਲ ਹੋਏਗੀ। ਬਾਕੀ ਉਹਦੀਆਂ ਸਟੇਟਮੈਂਟਸ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਤੇ ਚਲੋ ਕਰਦੇ ਰਹਿੰਦੇ ਨੇ, ਹੋਏਗੀ ਹਨਾ, ਆਪਣਾ ਰਿਪੋਰਟ ਬਣਾਉਣਗੇ। ਪਰ ਕੋਈ ਐਕਸਕਿਊਜ਼, ਉਹ ਤਾਂ ਹੁਣ ਸਿਆਣੇ ਹੀ ਆ ਭੈਣ ਭਰਾ ਇੱਥੇ ਜਿਹੜੇ ਰਹਿੰਦੇ ਆ, ਕੋਈ ਐਕਸਕਿਊਜ਼ ਥੋੜਾ ਹੋਏਗਾ ਵੀ ਤੁਸੀਂ ਲਾਈਵ ਲੇਨ ਦੇ ਵਿੱਚ ਗੱਡੀ ਰੋਕਣੀ ਆ, ਕੋਈ ਐਕਸਕਿਊਜ਼ ਨਹੀਂ ਇਹਦਾ, ਹਨਾ। ਸੋ ਪਰ ਹੁਣ ਇਹ ਏਦਾਂ ਘਟਨਾ ਵਾਪਰੀ ਹੈ ਜੀ। ਪਰ ਹੁਣ ਤੁਸੀਂ ਦੇਖ ਲਓ ਵੀ ਕਮਿਊਨਿਟੀ ਤਾਂ ਇੱਥੇ ਹੋਰ ਵੀ ਬਹੁਤ ਆ, ਹਨਾ, ਵੀ ਕਿੰਨਿਆਂ ਕੁ ਦੀਆਂ ਹੋਰ ਪਿਛਲੇ ਸਾਲਾਂ 'ਚ ਤੁਹਾਨੂੰ ਦੌਰਾਨ ਯਾਦ ਆ ਵੀ ਲਾਈਵ ਲੇਨ ਦੇ ਵਿੱਚ ਖੜੀ ਗੱਡੀ ਉਹਨਾਂ ਨੇ ਕੀਤੀ ਤੇ ਉਹਨਾਂ ਦੇ ਨਾਲ ਇਹ ਕੁਝ ਵਾਪਰ ਗਿਆ, ਹਨਾ। ਇਹ ਇਨਸੀਡੈਂਟ ਤਾਂ ਚਲੋ ਇੱਥੇ ਹੁਣ ਸਾਈਡ ਤੇ ਖੜੀ ਗੱਡੀ ਦੇ ਵਿੱਚ ਵੀ ਟੋਰਾਂਟੋ ਦੇ ਵਿੱਚ ਟਰੱਕ ਵੱਜ ਗਿਆ ਸੀਗਾ ਜੀ, ਖੜੇ ਟਰੱਕ ਦੇ ਵਿੱਚ ਆ ਕੇ ਸੱਚ ਕਾਰਾਂ ਵੱਜੀਆਂ, ਏਦਾਂ ਦੀਆਂ ਘਟਨਾਵਾਂ ਵੀ ਇੱਥੇ ਵਾਪਰ ਚੁੱਕੀਆਂ ਹੋਈਆਂ। ਹਾਂਜੀ, ਸੋ ਲੈ ਕਰਕੇ ਪਰ ਲਾਈਵ ਲੇਨ ਦੇ ਵਿੱਚ ਤਾਂ ਫਿਰ ਹੁਣ ਸੱਦਾ ਦੇਣ ਵਾਲੀ ਗੱਲ ਹੀ ਆ ਨਾ ਜੀ, ਰਾਤ ਦੇ 3:30 ਵਜੇ ਪੌਣੇ 4 ਵਜੇ। ਸੋ ਦੁੱਖ ਅਫਸੋਸ ਤਾਂ ਬਹੁਤ ਹੈ, ਪਰ ਇਹ ਗੱਲਾਂ ਨੂੰ ਐਨਾਲਾਈਜ਼ ਕਰਨ ਦਾ ਮਤਲਬ ਪਰਪਸ ਇਹ ਵੀ ਆ ਕਿ ਆਪਾਂ ਆਉਣ ਵਾਲੇ ਸਮੇਂ 'ਚ ਫਿਊਚਰ 'ਚ ਇਹੋ ਜਿਹੀਆਂ ਤਰਾਸਦੀਆਂ ਤੋਂ ਬਚਣਾ ਕਿੱਦਾਂ ਆ ਜੀ। ਮਗਰੋਂ ਤਾਂ ਆਪਾਂ ਫਿਰ ਗੋਫੰਡਮੀ ਤੇ ਪਹੁੰਚ ਜਾਂਦੇ ਆ, ਪਰਿਵਾਰ ਉੱਜੜ ਜਾਂਦੇ ਆ, ਸਭ ਕੁਛ ਹੋ ਜਾਂਦਾ। ਪਰ ਉਹਦੀ ਗੱਲ ਤੇ ਉੱਥੇ ਹੀ ਆ ਗਈ ਵੀ ਜਰਾ ਕੁ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਇਹੀ ਗੱਡੀ ਹੁਣ ਲਾਈਵ ਲੇਨ ਦੀ ਬਜਾਏ ਤੁਸੀਂ ਸਾਈਡ ਤੇ ਲਾ ਕੇ ਖੜੀ ਕਰ ਲਓ ਤੇ ਟਰੱਕ ਲੰਘ ਜਾਂਦਾ, ਸਾਰੇ ਬਚ ਜਾਂਦੇ, ਹੈ ਨਾ। ਸੋ ਪਰ ਹੁਣ ਬਚਣਾ ਨਹੀਂ ਸੀ, ਕਹਿ ਲਓ ਕੁਦਰਤ ਦਾ ਕੰਮ ਹੋਊਗਾ। ਜੋ ਵੀ ਆਪਾਂ ਇਹਦੇ ਲਈ ਹੁਣ ਆਪਣੇ ਮਨ ਨੂੰ ਤਸੱਲੀ ਜਿਵੇਂ ਵੀ ਮਿਲਦੀ ਆ ਉਹ ਦੇ ਲੈਂਦੇ ਆ, ਠੀਕ ਆ, ਪਰ ਤਾਂ ਕਿ ਅਸੀਂ ਫਿਊਚਰ 'ਚ ਏਦਾਂ ਨਾ ਕਰੀਏ। ਕੋਈ ਵੀ ਗੱਲ ਵਾਪਰੇ ਆਪਾਂ ਫੱਟ ਕਹਿੰਦੇ ਫਲਾਨੀ ਕਮਿਊਨਿਟੀ ਹੋਰਨਾਂ 'ਚ ਵੀ ਐ ਹੁੰਦਾ, ਤੇ ਤੁਸੀਂ ਦੇਖ ਲਓ ਵੀ ਕਿਹੜੀ ਕਮਿਊਨਿਟੀ ਦੇ ਕਿਸੇ ਬੰਦੇ ਨੇ ਹੋਰ ਲਾਈਵ ਲੇਨ ਦੇ ਵਿੱਚ ਗੱਡੀ ਪਿਛਲੇ ਸਾਲਾਂ 'ਚ ਖੜੀ ਕਰੀ ਤੇ ਉਹਦੇ ਨਾਲ ਇਹ ਹੋਇਆ। ਇਹ ਆਪਾਂ ਦੇਖ ਲਈਏ ਜੀ।
ਸੋ ਇਦਾਂ ਕਰਕੇ ਆ ਵੀ ਆਪਾਂ ਆਪਣੇ ਵੱਲ ਸਭ ਤੋਂ ਪਹਿਲਾਂ ਦੇਖਣਾ, ਬਾਕੀਆਂ ਵੱਲ ਆਪਾਂ ਫੇਰ ਦੇਖਾਂਗੇ। ਤੇ ਇਹ ਘਟਨਾ ਇਦਾਂ ਕਰਕੇ ਜਾਣੀ ਹੁਣ ਪੁਲਿਸ ਦੱਸ ਰਹੇ ਨੇ ਵੀ ਲਾਈਵ ਲੇਨ ਚ ਵੈਨ ਜਿਹੜੀ ਉਹ ਰੋਕੀ ਗਈ। ਜੋਲ ਸਾਹਿਬ ਵਾਈਂਡ ਅਪ ਕਰਦੇ ਹਾਂ ਜੀ ਇਸ ਲਾਸਟ ਕੁਐਸਚਨ ਦੇ ਨਾਲ, ਜੋ ਕਿ ਇਹ ਵੀ ਕਾਫੀ ਟੈਨਸ਼ਨ ਭਰਿਆ ਸਟੇਟਮੈਂਟ ਹੈ ਜੀ। ਕਾਲਜ ਸਟਾਫ ਇਨ ontario ਥ੍ਰੈਟਨ ਕਰ ਰਹੀ ਹੈ ਜੀ ਟੂ ਸਟ੍ਰਾਈਕ ਜੇ ਉਹਨਾਂ ਦੀ ਮੰਗਾਂ ਪੂਰੀਆਂ ਨਾ ਕੀਤੀਆਂ ਜਾਣ। ਯੈਸ ਅਰਸ਼ਪੀ, ਇਹ ਜਿਹੜੀ ਨਿਊਜ਼ ਆ ਵੈਸੇ ਪਿਛਲੇ ਦਿਨਾਂ ਤੋਂ ਕਾਫੀ ਨਾ ਸਰਕੂਲੇਸ਼ਨ ਦੇ ਵਿੱਚ ਹੈਗੀ ਆ ਕਿ ਜਿੰਨੇ ਵੀ ਓਨਟਾਰੀਓ ਦੇ ਵਿੱਚ ਪਬਲਿਕਲੀ ਫੰਡਡ ਕਾਲਜਸ ਹੈਗੇ ਆ, ਇਹ ਕੋਈ 2 ਦਰਜਨ ਹੈ, 24 ਦੇ ਕਰੀਬ। ਇਹਦੇ ਵਿੱਚ ਜਿਹੜਾ ਸ਼ੈਰੀਡਨ ਕਾਲਜ ਬਰੈਂਪਟਨ ਦਾ ਉਹ ਵੀ ਸ਼ਾਮਲ ਹੈ। ਸੇਂਟ ਲਾਰੈਂਸ ਕਾਲਜ ਇਹ ਵੀ ਕਾਫੀ ਪਾਪੂਲਰ ਹੈ ਜੀ ਸੇਂਟ ਲਾਰੈਂਸ ਨੈਸ਼ਨਲ ਸਟੂਡੈਂਟਸ ਲਈ ਖਾਸ ਤੌਰ ਤੇ ਇਹ ਇਹਨਾਂ ਦੇ ਕੋਈ 16,000 ਇਹਨਾਂ ਦੇ ਵਿੱਚ ਸਟਾਫ ਜਿਹੜੇ ਆ ਉਹ ਕੰਮ ਕਰਦੇ ਆ। ਵੀ ਹੁਣ ਕੋਵਿਡ ਦਾ ਕੰਮ ਮੁੱਕ ਕੇ ਇਹ ਸਭ ਕੁਝ ਖੁੱਲਣ ਦਾ ਜੇ ਸਿਲਸਿਲਾ ਸ਼ੁਰੂ ਹੋਇਆ ਤੇ ਹੁਣ ਆਹ ਕੰਮ ਸ਼ੁਰੂ ਹੋ ਗਿਆ। ਇਹ ਕਹਿ ਰਹੇ ਆ ਜੀ ਕਿ ਜੇ ਸਾਡੀਆਂ ਡਿਮਾਂਡਸ ਆ ਜਿਹੜੀਆਂ ਉਹ ਨਹੀਂ ਪੂਰੀਆਂ ਕੀਤੀਆਂ ਗਈਆਂ, ਗੱਲਬਾਤ ਵੈਸੇ ਚੱਲ ਰਹੀ ਆ, ਤੇ ਉਹਦੇ ਵਿੱਚ ਫਿਰ ਇਹ ਹੋਏਗਾ ਵੀ ਜਾਣੀ ਵੀਰਵਾਰ ਦੀ ਰਾਤ ਨੂੰ ਕਹਿ ਲਓ ਕਿ ਸ਼ੁੱਕਰਵਾਰ ਤੋਂ ਇਹਨਾਂ ਦੀ ਜਿਹੜੀ ਸਟ੍ਰਾਈਕ ਆ ਉਹ ਅਣਮਿੱਥੇ ਸਮੇਂ ਦੀ ਸ਼ੁਰੂ ਹੋ ਜਾਣੀ ਆ ਜੀ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਹੁਣ ਇਹ ਡਿਪੈਂਡ ਕਰਦਾ। ਵੈਸੇ ਤੇ ਕੁਝ ਕੁ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਆ ਉਹ ਜਿਹੜਾ ਗਵਰਨਮੈਂਟ ਦਾ ਡੈਲੀਗੇਸ਼ਨਸ ਆ ਇਹਨਾਂ ਦੇ ਨਾਲ ਨੈਗੋਸੀਏਸ਼ਨਸ ਦੇ ਵਿੱਚ ਵੀ ਉਹ ਅਨਰੀਜ਼ਨੇਬਲ ਹੈਗੀਆਂ। ਸਾਰੀਆਂ ਜਿਹੜੀਆਂ ਡਿਮਾਂਡਸ ਆ ਉਹ ਦੱਸੀਆਂ ਤਾਂ ਨਹੀਂ ਜਾ ਰਹੀਆਂ ਵੀ ਕੀ ਮੰਗਿਆ ਜਾ ਰਿਹਾ ਤੇ ਕੀ ਨੈਗੋਸ਼ੀਏਟ ਹੋ ਰਿਹਾ, ਪਰ ਪ੍ਰਮੁੱਖ ਤੌਰ ਤੇ ਜਾਣੀ ਕਿ ਵੀ ਕੰਮ ਦਾ ਬੋਝ ਜਾਂ ਤਨਖਾਹ ਦੀ ਮੰਗ, ਭੱਤਿਆਂ ਦੀ ਗੱਲ, ਇਸ ਤਰ੍ਹਾਂ ਦੇ ਜਿਹੜੇ ਮੇਨ ਇਸ਼ੂਜ਼ ਹੁੰਦੇ ਆ ਆਉਣ ਵਾਲੇ ਸਮੇਂ ਦੇ ਲਈ ਤੇ ਉਸ ਤੇ ਜਿਹੜੀਆਂ ਨੈਗੋਸੀਏਸ਼ਨ ਚੱਲ ਰਹੀਆਂ। ਜੇ ਤੇ ਕੱਲ ਤੱਕ ਕੋਈ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਹੋਪਫੁਲੀ ਤੇ ਜਿਹੜੀ ਇਹ ਅਵਰਟ ਕੀਤੀ ਜਾ ਸਕਦੀ ਹੈ ਸਟ੍ਰਾਈਕ, ਨਹੀਂ ਤੇ ਫਿਰ ਜਾਣੀ ਇਹ ਅਗਲੇ ਦਿਨਾਂ ਦੇ ਦੌਰਾਨ ਇਸ ਸਟ੍ਰਾਈਕ ਦੀ ਚਰਚਾ ਜਿਹੜੀ ਹੋਰ ਵਧੇਗੀ। ਆਲਰਾਈਟ ਜੋਰਜ ਸਾਹਿਬ, ਥੈਂਕ ਯੂ ਸੋ ਮਚ ਫॉर योर टाइम। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।